हेलो +1 कैसे हो बच्चा। हाँ जी बेटे, मैनू लगता नहीं कि बहुत ज़्यादा पढ़ रहे हो। ਅੱਜ ਜਿਹੜਾ ਟੌਪਿਕ ਮੈਂ ਸ਼ੁਰੂ ਕਰਨਾ ਬਹੁਤ ਇੰਟਰਸਟਿੰਗ ਹੈ, ਲੇਕਿਨ ਤੁਸੀਂ ਅਗਰ ਕੰਟੀਨਿਊਟੀ ਦੇ ਵਿੱਚ ਨਹੀਂ ਦੇਖੋਗੇ ਨਾ ਲੈਕਚਰ ਤੇ ਤੁਹਾਨੂੰ ਸਮਝ ਨਹੀਂ ਆਣਾ। ਓਕੇ ਸੋ ਬੇਟਾ ਇਹ ਧਿਆਨ ਰੱਖੋ, ਮੈਂ ਤਾਂ ਤੁਹਾਨੂੰ ਨੋਟਸ ਵੀ ਹੁਣ ਪ੍ਰੋਵਾਈਡ ਕਰ ਰਹੀ ਹਾਂ ਨਾਲ ਦੀ ਨਾਲ, ਹੈ ਨਾ ਬੇਟੇ। ਸੋ ਤੁਸੀਂ ਸਾਰੇ ਬੱਚੇ ਆਰਾਮ ਨਾਲ ਪਹਿਲਾਂ ਲਿਖ ਲਓ ਉਹਨੂੰ ਕਾਪੀਜ਼ ਦੇ ਉੱਤੇ, ਫਿਰ ਕਾਪੀਜ਼ ਖੋਲ੍ਹ ਕੇ ਲੈਕਚਰ ਸੁਣੋ, ਦੇਖੋ ਤੁਹਾਨੂੰ ਕਲੈਰਿਟੀ ਹੋ ਰਹੀ ਹੈ ਉਸ ਟੌਪਿਕ ਦੀ, ਹੈ ਨਾ। ਫਿਰ ਮੈਂ ਟੈਸਟ ਲਵਾਂ ਤਾਂ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੋਵੇ, है ना बेटे। ये लिए की होना है, मेहनत करनी पैनी है। हुण मेहनत तो तुसी करनी है राजे, है ना। ये तो पॉसीबल नहीं है कि टीचर मेहनत करी जाए तो बच्चे बिना मेहनत तो ही नंबर ले जान, पॉसीबल नहीं है बेटा। जे मार्क्स लै भी लओगे तुसी, अजकल जो ट्रेंड चलिया होया, जे मार्क्स आ भी जाते हैं तो तुसी अपने आप नूं भी तो दसना है कि सानू की आंदा है, असी अगे जाके कित्थे स्टैंड करना है ना, असी अगे जाके वड्डे वड्डे लोगों नूं मिलना है, कित्थे कित्थे जॉब करनी है। साडी जिहड़ी नॉलेज है वास्ट होनी चाहिए है। सो सारे मेरे बच्चे बहुत ध्यान नाल लैक्चर सुनिया करो तो ਉਹਨੂੰ ਆਪਣੀਆਂ ਕਾਪੀਜ਼ 'ਤੇ ਵੀ ਕਰਿਆ ਕਰੋ, ਆਪਣੇ ਦਿਮਾਗ 'ਤੇ ਵੀ ਕਰਿਆ ਕਰੋ, ਠੀਕ ਹੈ ਬੇਟਾ। ਸੋ ਅੱਜ ਜਿਹੜਾ ਟੌਪਿਕ ਸ਼ੁਰੂ ਕਰਨ ਲੱਗੇ ਹਾਂ ਦੈਟ ਇਜ਼ ਫ੍ਰਿਕਸ਼ਨ। ਇਹ ਤਾਂ ਤੁਹਾਨੂੰ ਈਜ਼ੀ ਹੀ ਲੱਗਣਾ ਹੈ ਕਿਉਂਕਿ ਤੁਸੀਂ ਡੀਲ ਕਰਦੇ ਹੋ ਇਹਦੇ ਨਾਲ। ਫ੍ਰਿਕਸ਼ਨ ਜਿਹੜਾ ਹੈ ਕੀ ਹੁੰਦੀ ਹੈ, ਫ੍ਰਿਕਸ਼ਨਲ ਫੋਰਸ। ਜਦੋਂ ਮੈਂ ਫ੍ਰਿਕਸ਼ਨ ਦਾ ਨਾਮ ਲਿਆ ਤੁਹਾਡੇ ਦਿਮਾਗ 'ਚ ਕੁਛ ਆਇਆ? ਤੁਸੀਂ ਛੋਟੀਆਂ ਕਲਾਸਾਂ ਦੀ ਸਾਇੰਸ ਤੋਂ ਪੜ੍ਹਦੇ ਆ ਰਹੇ ਹੋ ਕਿ ਫ੍ਰਿਕਸ਼ਨ ਕੋਈ ਚੀਜ਼ ਹੈ, ਰਗੜ ਬਲ, ਹੈ ਨਾ। ਪੰਜਾਬੀ 'ਚ ਪੜ੍ਹਦੇ ਸੀ ਰਗੜ ਹੈ ਕੋਈ ਚੀਜ਼। ਉਹ ਜਿਹੜੀ ਚੀਜ਼ ਹੈ ਉਹ ਕੀ ਹੈ, ਰਗੜ ਕਿਹੜੀ ਫੋਰਸ ਹੈ, ਕਿਹੜਾ ਬਲ ਹੈ। ਇੱਕ ਤਾਂ ਬੇਟੇ ਪਹਿਲੇ ਨੰਬਰ 'ਤੇ ਇੱਕ ਕੌਂਟੈਕਟ ਫੋਰਸ ਹੈ। ਜਿਹੜੀ ਫ੍ਰਿਕਸ਼ਨ ਹੈ ਨਾ, ਇਹਦੇ ਲਈ ਕੌਂਟੈਕਟ ਹੋਣਾ ਬਹੁਤ ਜ਼ਰੂਰੀ ਹੈ। ਦੋ ਬਾਡੀਜ਼ ਦੇ ਵਿੱਚ ਕੌਂਟੈਕਟ ਹੋਣਾ ਚਾਹੀਦਾ ਤਾਂ ਹੀ ਫ੍ਰਿਕਸ਼ਨ ਆਏਗੀ, ਠੀਕ ਹੈ। ਦੂਸਰੀ ਗੱਲ ਹੈ ਹੁਣ ਕਿ ਜਦੋਂ ਕੌਂਟੈਕਟ ਦੇ ਵਿੱਚ ਹੈਗੀਆਂ ਨੇ ਤਾਂ ਇਹ ਫੋਰਸ ਕਿੱਧਰ ਨੂੰ ਐਕਟ ਕਰ ਰਹੀ ਹੈ। ਇਹ ਫੋਰਸ ਹੁੰਦੀ ਹਮੇਸ਼ਾ ਅਪੋਜ਼ਿੰਗ ਫੋਰਸ, ਹਮੇਸ਼ਾ ਅਪੋਜ਼ਿੰਗ ਫੋਰਸ ਹੋਏਗੀ ਇਹ ਜਿੱਧਰ ਨੂੰ ਮੋਸ਼ਨ ਹੋ ਰਹੀ ਹੈ, ਸੌਰੀ ਅਪੋਜ਼ਿੰਗ, ਜਿੱਧਰ ਨੂੰ ਮੋਸ਼ਨ ਹੋ ਰਹੀ ਹੈ ਜਾਂ ਜਿੱਧਰ ਨੂੰ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਤੋਂ ਉਲਟੀ ਡਾਇਰੈਕਸ਼ਨ ਦੇ ਵਿੱਚ ਹੋਏਗੀ, ਹੈ ਨਾ। ਉਹ ਅਲੱਗ ਗੱਲ ਹੈ ਕਿ ਐਕਸ਼ਨ ਰਿਐਕਸ਼ਨ ਲਾਅ ਲੱਗਦਾ ਹੈ ਅਤੇ ਫ੍ਰਿਕਸ਼ਨ ਵੀ ਦੋਨੋਂ ਪਾਸੇ ਹੋ ਜਾਂਦਾ, ਲੇਕਿਨ ਜਿਹੜੀ ਅਸੀਂ ਫ੍ਰਿਕਸ਼ਨ ਦੀ ਦੱਸਣੀ ਹੈ ਨਾ ਕੌਂਟੈਕਟ ਦੇ ਵਿੱਚ, ਜਿਹੜੀਆਂ ਫੋਰਸਿਸ ਕੌਂਟੈਕਟ ਦੇ ਵਿੱਚ ਹੈ ਉਹਦੇ ਵਿੱਚ ਜਿਹੜੀ ਫ੍ਰਿਕਸ਼ਨ ਹੈ ਉਹ ਕੋਸ਼ਿਸ਼ ਉਹਦੀ ਕੀ ਰਹੇਗੀ ਕਿ ਉਹ ਅਪੋਜ਼ ਕਰੇਗੀ ਮੋਸ਼ਨ ਨੂੰ, ਠੀਕ ਹੈ। ਸੋ ਇਹਦੀ ਡੈਫੀਨੇਸ਼ਨ ਵੀ ਇੱਦਾਂ ਹੀ ਹੈ। ਅਗਲਾ ਕੇਸ ਹੈ ਬੇਟਾ ਇਹਦੀ, ਇਹ ਕਿੱਥੇ ਐਕਟ ਕਰੇਗੀ? ਜਦੋਂ ਦੋ ਬਾਡੀਜ਼ ਕੌਂਟੈਕਟ ਦੇ ਵਿੱਚ ਨੇ, ਹੈ ਨਾ, ਦੋ ਬਾਡੀਜ਼ ਕੌਂਟੈਕਟ ਨੇ ਤਾਂ ਕੀ ਹੋਏਗਾ, ਇਹ ਜਿਹੜੀ ਦੋਨੋਂ ਕੌਂਟੈਕਟ ਵਾਲੀਆਂ ਸਰਫੇਸਿਸ ਹੈ ਉਹਨੂੰ ਟੈਂਜੈਂਸ਼ੀਅਲੀ ਐਕਟ ਕਰੇਗੀ ਹਮੇਸ਼ਾ ਅਲੋਂਗ ਟੇਂਜੈਂਟ ਟੂ ਦ ਸਰਫੇਸ, ਠੀਕ ਹੈ, ਆਫ ਕੌਂਟੈਕਟ। ਜਿਹੜੀ ਆਹ ਵਾਲੀ ਸਰਫੇਸ ਹੈ ਇਹਨੂੰ ਟੈਂਜੈਂਸ਼ੀਅਲੀ, ਚਾਹੇ ਇੱਧਰ ਹੈ ਚਾਹੇ ਇੱਧਰ ਹੈ। ਕਲੀਅਰ ਹੈ ਸਾਰਿਆਂ ਨੂੰ? ਇਹ ਤਿੰਨ ਚੀਜ਼ਾਂ ਬੜੇ ਦਿਮਾਗ ਦੇ ਵਿੱਚ ਬਿਠਾ ਲਓ ਕਿ ਜਿਹੜੀ ਇਹ ਫੋਰਸ ਹੈ, ਇੱਕ ਤਾਂ ਇਹਦੇ ਲਈ ਸਾਨੂੰ ਕੌਂਟੈਕਟ ਚਾਹੀਦਾ ਹੈ, ਕੌਂਟੈਕਟ ਫੋਰਸ ਹੈ। ਇੱਕ ਹਮੇਸ਼ਾ ਇਹ ਮੋਸ਼ਨ ਨੂੰ ਅਪੋਜ਼ ਕਰਦੀ ਹੈ। ਅਗਲੀ ਗੱਲ ਇਹ ਟੇਂਜੈਂਟ ਦੇ ਅਲੋਂਗ ਐਕਟ ਕਰਦੀ ਹੈ, ਠੀਕ ਹੈ ਬੇਟੇ। ਉਸ ਤੋਂ ਬਾਅਦ ਇਹਦੀ ਡੈਫੀਨੇਸ਼ਨ ਲਿਖੋ ਜਿਹੜਾ ਆਪਾਂ ਸ਼ੁਰੂ ਕਰਨਾ ਹੈ। ਇਟ ਇਜ਼ ਦ ਕੌਂਟੈਕਟ ਫੋਰਸ ਵਿਚ ਇਜ਼ ਡਿਫਾਈਨਡ ਐਜ਼ opposing force which comes into play, पैदा उदों ही होंदी है, which comes into play when one body moves on the surface of other body और tries to move on the surface of the other body। या तो कोशिश कर रही है मूव करन दी या एक्चुअली मूव कर रही है ना। एक होंदा ना कई बारी तुसी कोई भारी सारी अलमारी रखी हुई है, अलमारी हम साडे तो हिलदी नहीं है पर असी जिहड़ा जोर लगा रहे हैं कित्थे जा रहा है। ਜਦੋਂ ਵੀ ਅਸੀਂ ਜ਼ੋਰ ਲਗਾਉਂਦੇ ਹਾਂ ਅਸੀਂ ਕੰਮ ਕਰ ਰਹੇ ਹਾਂ ਬੇਟੇ, ਔਰ ਸਾਨੂੰ ਪਤਾ ਹੈ ਕਿ ਸਾਡਾ ਕੀਤਾ ਹੋਇਆ ਕੰਮ ਵੇਸਟ ਨਹੀਂ ਜਾ ਸਕਦਾ, ਹੈ ਨਾ ਕੋਈ ਚੀਜ਼ ਹੈ ਜਿਹੜੀ ਉਹਦੇ ਬਦਲੇ 'ਚ ਸਾਡੇ 'ਤੇ ਫੋਰਸ ਲਗਾ ਰਹੀ ਹੈ ਜਾਂ ਕੋਈ ਉਸ ਫੋਰਸ ਨੂੰ ਰੋਕ ਰਿਹਾ ਹੈ। ਉਹ ਕੀ ਹੁੰਦਾ, ਜਦੋਂ ਅਲਮਾਰੀ ਨਹੀਂ ਹਿੱਲੀ, ਤੁਸੀਂ ਧੱਕਾ ਲਗਾ ਰਹੇ ਹੋ ਨਾ, ਅਲਮਾਰੀ ਨਹੀਂ ਹਿੱਲ ਰਹੀ, ਇਟ ਮੀਨਸ ਕਿ ਨੀਚੇ ਜਿਹੜੀ ਸਰਫੇਸ ਹੈ ਉਹਦੀ ਅਪੋਜ਼ਿੰਗ ਫੋਰਸ ਕੰਮ ਕਰ ਰਹੀ ਹੈ। ਉਹ ਜਿਹੜੀ ਫ੍ਰਿਕਸ਼ਨਲ ਫੋਰਸ ਹੈ ਉਹ ਅਪੋਜ਼ ਕਰ ਰਹੀ ਹੈ ਉਹਦੀ ਮੋਸ਼ਨ ਨੂੰ, ਅਤੇ ਉਹ ਨਹੀਂ ਮੂਵ ਕਰ ਰਹੀ, ਹੈ ਨਾ, ਸਲਾਈਡ ਹੋਏਗੀ ਨਹੀਂ ਉਹ। ਇਹ ਚੀਜ਼ ਜਿਹੜੀ ਹੈ ਦੈਟ ਇਜ਼ ਡਿਊ ਟੂ ਫ੍ਰਿਕਸ਼ਨ, है ना। सो यही आप डेफिनेशन लिखा है। उस तो बाद फोर्स ऑफ फ्रिक्शन का जोड़ा तुहानूं पता ही है यूनिट्स की होंगे क्योंकि फोर्स है तो न्यूटन च ही आएगी ये यूनिट। तो बाकी ये तीनों प्रॉपर्टीज़ लिख दिओ कि कॉन्टैक्ट होना जरूरी है, अपोजिंग इन नेचर है एंड एक्ट अलॉन्ग टेंजेंट टू द सरफेस ऑफ कॉन्टैक्ट। क्लीयर है बेटा सारिਆਂ ਨੂੰ? उस तो बाद है बेटे हुणे फ्रिक्शन आई किद्दां, है ना। फ्रिक्शन का ओरिजिन मतलब क्यों फ्रिक्शनल फोर्स लग रही, क्योंकि हर एक चीज़ का रीज़न है। सो फ्रिक्शन का भी रीज़न होना चाहिए भी ये फोर्स आई कितों। ये हुण दो व्यूज़ है,
है ना। 2 व्यूज़ ਤੁਹਾਡੀ ਬੁੱਕਸ ਦਿੱਤੇ ਹੋਏ, ਮੈਂ ਦੋਨਾਂ ਦੀ ਥੋੜ੍ਹੀ ਥੋੜ੍ਹੀ ਗੱਲ ਕਰਾਂਗੀ ਤੁਹਾਡੇ ਨਾਲ, ਕਿਉਂਕਿ ਇਹ ਕੁਐਸਚਨ ਮਤਲਬ ਤੁਹਾਨੂੰ ਉੱਦਾਂ ਪਤਾ ਹੋਣਾ ਚਾਹੀਦਾ ਹੈ, ਕੁਐਸਚਨ ਦੇ ਤੌਰ 'ਤੇ ਮੈਂ ਨਹੀਂ ਕਰਵਾ ਰਹੀ ਇਹਨੂੰ। ਓਲਡ ਵਿਊ ਕਿਆ ਹੈ ਹੁਣ ਇਹਦਾ, ਜਦੋਂ ਪੁਰਾਣੇ ਸਮੇਂ ਤੋਂ ਜਿਹੜੇ ਸੋਚ ਰਹੇ ਸੀ ਲੋਕ, ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਕਿ ਜਿਹੜੀਆਂ ਸਰਫੇਸਿਸ ਹੁੰਦੀਆਂ ਹੈ ਨਾ, ਜਿਹੜੀਆਂ ਆਪਸ 'ਚ ਕੌਂਟੈਕਟ ਦੇ ਵਿੱਚ ਹੈ, ਜੇ ਆਹ ਵਾਲੀ ਸਰਫੇਸ ਅਤੇ ਆਹ ਵਾਲੀ ਸਰਫੇਸ ਮੈਂ ਇਹਨਾਂ ਨੂੰ ਕੌਂਟੈਕਟ 'ਚ ਲੈ ਕੇ ਆਉਣਾ ਹੈ, ਉਹ ਕਹਿੰਦੇ ਕਿ ਜਿਹੜੀ ਸਰਫੇਸ ਹੁੰਦੀ ਹੈ ਉਹ ਕਦੇ ਵੀ ਸਮੂਥ ਨਹੀਂ ਹੁੰਦੀ, ਉਹਦੇ ਵਿੱਚ ਇਰੈਗੂਲਰਿਟੀਜ਼ ਹੁੰਦੀਆਂ ਨੇ। ਜੇ ਆਪਾਂ ਮਾਈਕਰੋਸਕੋਪ ਨਾਲ ਦੇਖੀਏ ਤਾਂ ਸਾਨੂੰ ਨਜ਼ਰ ਆਉਂਦੀ, ਕੋਈ ਵੀ ਸਰਫੇਸ ਨਹੀਂ ਪਲੇਨ ਹੁੰਦੀ, ਠੀਕ ਹੈ, ਅਕੋਰਡਿੰਗ ਟੂ ਓਲਡ ਵਿਊ। ਜੇ ਸਰਫੇਸ ਨਹੀਂ ਕੋਈ ਵੀ ਸਰਫੇਸ ਅਗਰ ਪਲੇਨ ਨਹੀਂ ਹੈ, ਇਹਦਾ ਮਤਲਬ ਜੇ ਮੈਂ ਆਹ ਮੰਨ ਲਓ ਤੁਹਾਡੀ ਅਰਥ ਹੈ, ਇਹਦੇ ਉੱਪਰ ਮੈਂ ਕੋਈ ਬਾਕਸ ਰੱਖਣਾ ਹੈ, ਬਾਕਸ ਦੀ ਸਰਫੇਸ ਵੀ ਇੱਦਾਂ ਦੀ ਹੈ, ਫਿਰ ਜੋ ਵੀ ਮੈਂ ਰੱਖਿਆ ਇਹਦੇ ਉੱਤੇ, ਹੈ ਨਾ, ਉਹਦੀ ਸਰਫੇਸ ਵੀ ਨੀਚੇ ਤੋਂ ਇੱਦਾਂ ਦੀ। ਫਿਰ ਕੀ ਹੋਏਗਾ, ਜਦੋਂ ਦੋਨੋਂ ਕੰਟੈਕਟ 'ਚ ਆਉਣਗੀਆਂ ਤਾਂ ਜਿਹੜੀਆਂ ਇਰੈਗੂਲਰਿਟੀਜ਼ ਹੈ ਇਹਨਾਂ ਦਾ ਕੀ ਹੋ ਜਾਣਾ ਹੈ ਬੇਟੇ, ਇੰਟਰਲੋਕਿੰਗ ਹੋ ਜਾਣੀ ਹੈ। ਜਦੋਂ ਇਹਨਾਂ ਨੇ ਆਪਸ 'ਚ ਇੰਟਰਲੋਕ ਕਰ ਲਿਆ, ਜਦੋਂ ਕੋਈ ਚੀਜ਼ਾਂ ਇੰਟਰਲੋਕ 'ਚ ਪਈਆਂ, ਅਸੀਂ ਉਹਨਾਂ ਨੂੰ ਮੂਵ ਕਰਾਉਣਾ ਹੈ ਤਾਂ ਸਾਨੂੰ ਜ਼ੋਰ ਲਾਉਣਾ ਪਏਗਾ, ਹੈ ਨਾ। ਉਦੋਂ ਤੱਕ ਉਹ ਬੋਡੀ ਮੋਸ਼ਨ 'ਚ ਨਹੀਂ ਆਏਗੀ ਜਦੋਂ ਤੱਕ ਉਹ ਇੰਟਰਲੋਕਿੰਗ ਟੁੱਟੇਗੀ ਨਹੀਂ, ਹੈ ਨਾ। ਉਹ ਇੰਟਰਲੋਕਿੰਗ ਤੋੜਨ ਲਈ ਜਿੰਨੀ ਕੁ ਫੋਰਸ ਚਾਹੀਦੀ ਹੈ, ਉਸ ਤੋਂ ਬਾਅਦ ਮੋਸ਼ਨ ਸ਼ੁਰੂ ਹੋਏਗੀ, ਦੈਟ ਇਜ਼ ਫ੍ਰਿਕਸ਼ਨਲ ਫੋਰਸ। ਕਲੀਅਰ ਹੈ ਸਾਰਿਆਂ ਨੂੰ। ਜਦੋਂ ਓਲਡ ਵਿਊ ਇਹ ਕਹਿੰਦਾ ਹੈ ਕਿ ਜਿਹੜੀਆਂ ਇਰੈਗੂਲਰਿਟੀਜ਼ ਹੈ ਉਹਨਾਂ 'ਚ ਇੰਟਰਲੋਕਿੰਗ ਹੋ ਜਾਂਦੀ ਹੈ, ਇੰਟਰਲੋਕਿੰਗ ਨੂੰ ਤੋੜਨ ਵਾਸਤੇ ਸਾਨੂੰ ਚਾਹੀਦੀ ਹੈ ਫੋਰਸ, ਦੈਟ ਫੋਰਸ ਇਜ਼ ਫ੍ਰਿਕਸ਼ਨਲ ਫੋਰਸ। ਇਹ ਤਾਂ ਹੋ ਗਿਆ ਓਲਡ ਵਿਊ। ਮਾਡਰਨ ਵਿਊ, ਉਹਨਾਂ ਨੇ ਨਹੀਂ ਮੰਨੀ ਇਹ ਗੱਲ। ਮਾਡਰਨ ਵਿਊ ਕੀ ਹੈ, ਮਾਡਰਨ ਵਿਊ ਕਹਿੰਦਾ ਹੈ ਕਿ ਜਿੰਨੀਆਂ ਵੀ ਸਾਡੇ ਕੋਲ ਬਾਡੀਜ਼ ਨੇ, ਜਿੰਨੀਆਂ ਵੀ ਸਰਫੇਸਿਸ ਨੇ, ਜਦੋਂ ਕੰਟੈਕਟ 'ਚ ਆਉਂਦੇ ਉਹਨਾਂ ਦੇ ਵਿੱਚ ਬੌਂਡਿੰਗ ਹੋ ਜਾਂਦੀ ਹੈ, ਚਾਹੇ ਐਟੋਮਿਕ ਬੌਂਡਿੰਗ ਹੋਵੇ, ਚਾਹੇ ਮੋਲੀਕੂਲਰ ਬੌਂਡਿੰਗ ਹੋਵੇ। ਫਿਰ ਉਹਨਾਂ ਬੌਂਡਸ ਨੂੰ ਤੋੜਨ ਲਈ ਜਿਹੜੀ ਸਾਨੂੰ ਫੋਰਸ ਲਗਾਉਣੀ ਪੈਂਦੀ ਹੈ, ਦੈਟ ਇਜ਼ ਫ੍ਰਿਕਸ਼ਨਲ ਫੋਰਸ। ਓਕੇ, ਸੋ ਰੀਜ਼ਨ ਉਹੀ ਹੈ ਕਿ ਕੰਟੈਕਟ ਦੇ ਵਿੱਚ ਆਉਂਦੀਆਂ ਨੇ ਅਤੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਬੌਂਡਿੰਗ ਹੈ, ਚਾਹੇ ਇੰਟਰਲੋਕਿੰਗ ਹੈ, ਚਾਹੇ ਬੌਂਡਿੰਗ ਹੈ, ਉਹਨੂੰ ਅਸੀਂ ਤੋੜਨਾ ਹੈ, ਦੈਟ ਇਜ਼ ਫ੍ਰਿਕਸ਼ਨਲ ਫੋਰਸ। ਕਲੀਅਰ ਹੈ ਬੇਟਾ। ਉਸ ਤੋਂ ਬਾਅਦ ਆ ਜਾਂਦਾ ਹੈ ਟਾਈਪਸ ਆਫ ਫ੍ਰਿਕਸ਼ਨ। ਹੁਣ ਫ੍ਰਿਕਸ਼ਨ ਦੇਖੋ, ਐਕਸਟਰਨਲ ਫ੍ਰਿਕਸ਼ਨ ਅਤੇ ਇੰਟਰਨਲ ਫ੍ਰਿਕਸ਼ਨ ਦੀ ਜੇ ਮੈਂ ਗੱਲ ਕਰਾਂ, ਐਕਸਟਰਨਲ ਤਾਂ 2 ਸਰਫੇਸਿਸ ਅਲੱਗ-ਅਲੱਗ ਹੈ, ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਨਾ। ਇੱਕ ਬਾਕਸ ਮੈਂ ਰੱਖਿਆ ਹੋਇਆ ਹੈ, ਆਹ ਮੇਰੀ ਸਰਫੇਸ ਹੈ, ਟੇਬਲ ਪਿਆ ਮੰਨ ਲਓ ਕੋਈ, ਇਹਦੇ ਉੱਤੇ ਮੈਂ ਬਾਕਸ ਰੱਖ ਦਿੱਤਾ, ਇਹ ਬਾਕਸ ਇਹਦੇ ਨਾਲ ਕੰਟੈਕਟ ਦੇ ਵਿੱਚ ਹੈ, ਮੈਂ ਇਹਨੂੰ ਮੂਵ ਕਰਨਾ ਚਾਹੁੰਦੀ ਹਾਂ ਇੱਧਰਲੇ ਪਾਸੇ, ਫੋਰਸ ਮੈਂ ਇੱਧਰ ਲਗਾ ਰਹੀ ਹਾਂ ਅਗਰ, ਤਾਂ ਫ੍ਰਿਕਸ਼ਨਲ ਫੋਰਸ ਇੱਧਰ ਐਕਟ ਕਰੇਗੀ, ਠੀਕ ਹੈ, ਮੇਰੀ ਫ੍ਰਿਕਸ਼ਨ ਇੱਧਰ ਐਕਟ ਕਰੇਗੀ ਜੇ ਮੈਂ ਫੋਰਸ ਇੱਧਰਲੇ ਪਾਸੇ ਲਗਾ ਰਹੀ ਹਾਂ। ਸੋ ਇਹ ਤਾਂ ਹੈ ਤੁਹਾਡੀ ਕੰਟੈਕਟ ਵਾਲੀ ਐਕਸਟਰਨਲ ਫ੍ਰਿਕਸ਼ਨ। ਜੇ ਇੰਟਰਨਲ ਫ੍ਰਿਕਸ਼ਨ ਕੀ ਹੁੰਦੀ ਹੈ, ਉਹ ਬੇਟਾ ਲਿਕੁਇਡ ਦੇ ਵਿੱਚ ਹੁੰਦੀ ਹੈ। ਲਿਕੁਇਡ ਦੇ ਵਿੱਚ ਕੀ ਹੁੰਦਾ, ਕਿੰਨੀਆਂ ਸਾਰੀਆਂ ਲੇਅਰਸ ਹੁੰਦੀਆਂ ਵਾਟਰ ਦੀਆਂ, ਉਹ ਵੀ ਅਸੀਂ ਪੜਾਂਗੇ, ਉਹ ਅਗਲੇ ਯੂਨਿਟ ਦੇ ਵਿੱਚ ਆਏਗਾ। ਨੈਕਸਟ ਯੂਨਿਟ ਜਦੋਂ ਫਲੂਇਡ ਫਲੋ ਕਰਾਂਗੇ ਤਾਂ ਉਹਦੇ ਵਿੱਚ ਕੀ ਹੈ, ਲਿਕੁਇਡ ਦੇ ਕੇਸ ਦੇ ਵਿੱਚ ਜਿਹੜੀ ਇੰਟਰਨਲ ਫ੍ਰਿਕਸ਼ਨ ਹੈ, ਲਿਕੁਇਡ ਹੈ ਤੁਹਾਡਾ, ਇਹਦੀਆਂ ਜਿਹੜੀਆਂ ਲੇਅਰਸ ਨੇ ਨਾ, ਇਹਨਾਂ ਦੇ ਵਿੱਚ ਆਪਸ ਵਿੱਚ ਹੀ ਫ੍ਰਿਕਸ਼ਨ ਹੁੰਦੀ ਹੈ, ਉਹ ਫ੍ਰਿਕਸ਼ਨ ਨੂੰ ਅਸੀਂ ਵਿਸਕੋਸਿਟੀ ਕਹਿੰਦੇ ਹਾਂ, ਉਹ ਹੈ ਇੰਟਰਨਲ ਫ੍ਰਿਕਸ਼ਨ, ਠੀਕ ਹੈ। ਅਸੀਂ ਆਪਣੇ ਜਿਹੜਾ ਹੁਣ ਮਕੈਨਿਕਸ ਕਰਨੀ ਹੈ, ਅਸੀਂ ਇਹਦੇ ਵਿੱਚ ਸਿਰਫ ਐਕਸਟਰਨਲ ਫ੍ਰਿਕਸ਼ਨ ਦੀ ਗੱਲ ਕਰਾਂਗੇ। ਔਰ ਐਕਸਟਰਨਲ ਫ੍ਰਿਕਸ਼ਨ ਦੀਆਂ ਟਾਈਪਸ ਕੀ ਹੁੰਦੀਆਂ, ਉਹ ਵੀ ਲਿਖ ਲਓ ਹੁਣ ਸਾਰੇ ਬੱਚੇ। ਇੱਕ ਹੈ ਸਟੈਟਿਕ ਫ੍ਰਿਕਸ਼ਨ, ਇੱਕ ਹੈ ਲਿਮਿਟਿੰਗ ਫ੍ਰਿਕਸ਼ਨ, ਇੱਕ ਹੈ ਕਾਈਨੈਟਿਕ ਫ੍ਰਿਕਸ਼ਨ। ਓਕੇ, ਸੋ ਕੀ ਬਣੇਗਾ ਸਾਡੇ ਕੋਲ, ਇਹ ਯਾਦ ਤੁਸੀਂ ਕਿੱਦਾਂ ਰੱਖਣਾ ਹੈ। ਸਭ ਤੋਂ ਪਹਿਲਾਂ ਅਸੀਂ ਕਰਾਂਗੇ, ਸਾਡੇ ਕੋਲ ਹੈ ਫ੍ਰਿਕਸ਼ਨ ਵਿਚ ਇਜ਼ ਅਪੋਜ਼ਿੰਗ ਫੋਰਸ। ਕਿਸੇ ਤਰ੍ਹਾਂ ਵੀ ਰਾਜੇ ਆਪਣੇ ਦਿਮਾਗ 'ਚ ਬਿਠਾ ਕੇ ਰੱਖਣਾ ਹੈ, ਫ੍ਰਿਕਸ਼ਨ ਜਿਹੜੀ ਹੈ ਇਹ ਐਕਸਟਰਨਲ ਹੋ ਸਕਦੀ ਹੈ, ਐਕਸਟਰਨਲ, ਜਾਂ ਇਹ ਇੰਟਰਨਲ ਵੀ ਹੋ ਸਕਦੀ ਹੈ, ਇੰਟਰਨਲ। ਓਕੇ, ਹੁਣ ਐਕਸਟਰਨਲ ਜਿਹੜੀ ਹੈ ਉਹ ਤਾਂ ਹੈ ਅਸੀਂ ਜਿਹੜੀ ਹੁਣ ਡਿਸਕਸ ਕਰਾਂਗੇ, ਸਟੈਟਿਕ ਹੈ ਜਾਂ ਲਿਮਿਟਿੰਗ ਹੈ ਜਾਂ ਕਾਈਨੈਟਿਕ ਹੈ, ठीक है। इंटरनल जी है ये विस्कोसिटी वाली है, इंटरनल फ्रिक्शन इन केस ऑफ लिक्विड्स, इन केस ऑफ लिक्विड्स इनू असी अगे जाके स्टडी करांगे, ठीक है। हुण जिहड़ियां आ तीन आ गई, स्टैटिक, लिमिटिंग एंड काइनेटिक फ्रिक्शन, इन्हां दा की मतलब है। जिहड़ी बेटे है स्टैटिक फ्रिक्शन, तुहाडी स्टैटिक फ्रिक्शन ਇਹ ਕੀ ਹੈ ਹੁਣ, ਸਟੈਟਿਕ ਉਦੋਂ ਹੁੰਦੀ ਹੈ ਫ੍ਰਿਕਸ਼ਨ, ਇਟ ਕਮਸ ਇਨਟੂ ਪਲੇ ਵੈਨ ਵਨ ਬਾਡੀ ਇਜ਼ ਐਟ ਰੈਸਟ ਔਨ ਦਾ ਅਦਰ ਬਾਡੀ, ਠੀਕ ਹੈ। ਜਿਹੜੀਆਂ ਸਰਫੇਸਿਸ ਹੈ ਉਹ ਮੂਵ ਨਹੀਂ ਕਰ ਰਹੀਆਂ, ਠੀਕ ਹੈ ਨਾ, ਅਸੀਂ ਜ਼ੋਰ ਲਗਾ ਰਹੇ ਹਾਂ ਬਟ ਕੋਈ ਮੂਵਮੈਂਟ ਸ਼ੁਰੂ ਨਹੀਂ ਹੋਈ, ਬਿਲਕੁਲ ਵੀ ਬਾਡੀ ਹਿਲ ਨਹੀਂ ਰਹੀ, ਜਿੱਦਾਂ ਮੈਂ ਅਲਮਾਰੀ ਵਾਲੀ ਐਗਜ਼ਾਮਪਲ ਦਿੱਤੀ ਸੀ, ਉਸ ਟਾਈਮ 'ਤੇ ਜਿਹੜੀ ਫ੍ਰਿਕਸ਼ਨ ਆ ਰਹੀ ਹੈ ਦੈਟ ਇਜ਼ ਸਟੈਟਿਕ ਫ੍ਰਿਕਸ਼ਨ। ਕਲੀਅਰ ਹੈ। ਜਿਹੜੀ ਤੁਹਾਡੀ ਲਿਮਿਟਿੰਗ ਫ੍ਰਿਕਸ਼ਨ ਹੈ, ਲਿਮਿਟਿੰਗ ਫ੍ਰਿਕਸ਼ਨ ਕੀ ਹੁੰਦੀ ਹੈ, ਅਸੀਂ ਪ੍ਰੈਕਟੀਕਲ ਕਰਾਂਗੇ ਬੇਟਾ, ਅਸੀਂ ਐਕਸਪੈਰੀਮੈਂਟ ਕਰਾਂਗੇ ਸਲਾਈਡਿੰਗ ਫ੍ਰਿਕਸ਼ਨ ਦੇ, ਅਸੀਂ ਇਨਕਲਾਈਨ ਪਲੇਨ ਲੈ ਕੇ ਉਹਦੇ ਉੱਤੇ ਰੋਲਰ ਨੂੰ ਮੂਵ ਕਰਾਵਾਂਗੇ, ਹੈ ਨਾ। ਉਹ ਕਿੱਦਾਂ ਹੋਏਗਾ, ਜਿਹੜੀ ਲਿਮਿਟਿੰਗ ਫ੍ਰਿਕਸ਼ਨ ਹੁੰਦੀ ਹੈ ਨਾ, ਜਦੋਂ ਬਾਡੀ ਟੈਂਡਸ ਟੂ ਮੂਵ ਸ਼ੁਰੂ ਨਹੀਂ ਹੋਈ, ਸਿਰਫ ਉਹ ਮਤਲਬ
ਇੱਕ ਕਹ ਲਓ ਵਰਜ 'ਤੇ ਆ ਗਈ, ਮਤਲਬ ਮੂਵ ਹੁਣ ਉਹਨੇ ਕਰਨਾ ਹੀ ਕਰਨਾ ਹੈ, ਠੀਕ ਹੈ। ਇਸ ਸਿਚੁਏਸ਼ਨ 'ਤੇ ਆ ਗਈ, ਜਿੱਦਾਂ ਆ ਪਈ ਹੈ ਬਾਡੀ, ਇੱਥੇ ਤਾਂ ਸਟੈਟਿਕ ਹੈ, ਮੈਂ ਥੋੜਾ ਮੂਵ ਕਰਨਾ ਸ਼ੁਰੂ ਕੀਤਾ ਹੈਂਡ ਨੂੰ, ਇੱਕ ਸਿਚੁਏਸ਼ਨ ਐਸੀ ਆਏਗੀ ਕਿ ਬਿਲਕੁਲ ਰੈਡੀ ਆ ਹੁਣ, ਮਾੜਾ ਜਿਹਾ ਮੈਂ ਹਿਲਾਣਾ ਅਤੇ ਇਹਨੇ ਥੱਲੇ ਚੱਲ ਜਾਣਾ। ਉਸ ਤੋਂ ਪਹਿਲਾਂ ਜਦੋਂ ਹਲੇ ਮੂਵ ਕਰਨ ਵਾਲੀ ਹੈ, ਦੈਟ ਉਸ ਕੇਸ ਜਿਹੜੀ ਫ੍ਰਿਕਸ਼ਨ ਆਏਗੀ, ਦੈਟ ਇਜ਼ ਲਿਮਿਟਿੰਗ ਫ੍ਰਿਕਸ਼ਨ। ਔਰ ਜਿਹੜੀ ਤੁਹਾਡੇ ਕੋਲ ਕਾਈਨੈਟਿਕ ਫ੍ਰਿਕਸ਼ਨ ਹੈ, ਉਹ ਤਾਂ ਉਦੋਂ ਜਦੋਂ ਬਾਡੀ ਮੂਵ ਕਰਨੀ ਸ਼ੁਰੂ ਕਰ ਗਈ, ਠੀਕ ਹੈ। ਜਿੰਨੀਆਂ ਵੀ ਮੂਵਿੰਗ ਬਾਡੀਜ਼ ਹੈ ਉਹਨਾਂ ਸਾਰੀਆਂ ਦੇ ਵਿੱਚ ਕੀ ਹੈ, ਕਾਈਨੈਟਿਕ ਫ੍ਰਿਕਸ਼ਨ ਹੈ। ਹੁਣ ਮੇਰੇ ਬੱਚੇ ਬਹੁਤ ਥੋੜਾ ਜਿਹਾ ਕੰਮ ਹੈ, ਇਹ ਸਾਰੇ ਬੱਚਿਆਂ ਨੇ ਲਿਖ ਲੈਣਾ ਹੈ ਕਾਪੀ 'ਤੇ, ਇਹਨੂੰ ਪੜ੍ਹਨਾ ਹੈ ਬਾਰ-ਬਾਰ। ਹੁਣ ਅਸੀਂ ਕਰਾਂਗੇ ਅੱਗੇ ਲਾਜ਼ ਆਫ ਫ੍ਰਿਕਸ਼ਨ, ਐਂਗਲ ਆਫ ਰਿਪੋਜ਼, ਉਹ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਕਰਾਉਂਗੀ। ਥੈਂਕ ਯੂ ਬੇਟਾ, ਹੈਵ ਅ ਨਾਈਸ ਡੇ।